ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ। ਸੋ ਹਰ ਵਾਰੀ ਕੋਸ਼ਿਸ਼ ਹੁੰਦੀ ਹੈ ਕਿ ਬਿਲਕੁਲ ਨਵੇਂ ਟੌਪਿਕ, ਨਵੀਂ ਇਨਫੋਰਮੇਸ਼ਨ ਹੈ ਜਿਹੜੀ ਸਟੂਡੈਂਟਸ ਦੇ ਨਾਲ ਸ਼ੇਅਰ ਕੀਤੀ ਜਾਵੇ। ਔਰ ਸਾਡੇ ਨਾਲ ਮੰਨੇ ਪ੍ਰਮੰਨੇ ਐਜੂਕੇਸ਼ਨਲ ਕੰਸਲਟੈਂਟ, ਲੈਂਡਮਾਰਕ ਇਮੀਗ੍ਰੇਸ਼ਨ ਦੇ ਡਾਇਰੈਕਟਰ ਜਸਮੀਤ ਸਿੰਘ ਭਾਟੀਆ ਜੀ ਮੌਜੂਦ ਰਹਿੰਦੇ ਨੇ। ਅੱਜ ਬਹੁਤ ਇੰਪੋਰਟੈਂਟ ਟੌਪਿਕ ਹੈ ਜਿਹਦੇ ਤੇ ਜਸਮੀਤ ਭਾਟੀਆ ਜੀ ਦੇ ਨਾਲ ਡਿਸਕਸ਼ਨ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜਸਮੀਤ ਜੀ, ਤੁਹਾਡਾ ਬਹੁਤ ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਸਰ। ਸਤਿ ਸ਼੍ਰੀ ਅਕਾਲ ਜਸਮੀਤ ਜੀ। ਮੈਂ ਜੋ ਕੈਨੇਡਾ ਤੋਂ ਮੇਰੇ ਕੋਲੇ ਜੋ ਇਨਫੋਰਮੇਸ਼ਨ ਆ ਰਹੀ ਹੈ ਕਿ ਕੈਨੇਡੀਅਨ ਗਵਰਨਮੈਂਟ ਲਗਾਤਾਰ ਨਵੇਂ ਪਾਲਿਸੀਜ਼ ਡਰਾਫਟ ਕਰਦੀ ਹੈ, ਸਾਨੂੰ ਪਤਾ ਹੀ ਹੈ। ਪਰ ਮੈਨੂੰ ਇਹ ਪਤਾ ਲੱਗਿਆ ਕਿ ਕੈਨੇਡਾ ਦੀ ਗਵਰਨਮੈਂਟ ਬਹੁਤ ਮੈਨਿਊਟਲੀ ਵਾਚ ਕਰ ਰਹੀ ਹੈ ਕਿ ਜਿਹੜੇ ਵੱਖ-ਵੱਖ ਕਾਲਜਸ ਨੇ ਕੈਨੇਡਾ ਦੇ, ਔਰ ਕਿਊਬਿਕ ਦੇ ਵੀ ਖਾਸ ਤੌਰ ਤੇ ਜਿਹੜੇ ਕਾਲਜਸ ਨੇ, ਉਹ ਕਾਲਜਸ ਦੇ ਵਿੱਚ ਜਿਹੜੇ ਸਟੂਡੈਂਟਸ ਦੀ ਐਡਮਿਸ਼ਨ ਹੁੰਦੀ ਹੈ ਉਹਦੇ ਵਿੱਚੋਂ ਕਿੰਨੀ ਪਰਸੈਂਟੇਜ ਹੈ ਜਿਹੜੀ ਉਹ ਉਹਨਾਂ ਕੰਸਲਟੈਂਟਸ ਦੇ ਥਰੂ ਐਡਮਿਸ਼ਨ ਆ ਰਹੀ ਹੈ ਜਿਹੜੇ ਕਾਲਜਸ ਨੂੰ ਡਾਇਰੈਕਟ ਰਿਪਰੈਜ਼ੈਂਟ ਕਰਦੇ ਨੇ, ਔਰ ਕਿੰਨੀ ਕੁ ਐਡਮਿਸ਼ਨ ਕੈਨੇਡੀਅਨ ਕਾਲਜਸ 'ਚ ਆ ਰਹੀ ਹੈ ਜਿੱਥੇ ਸਟੂਡੈਂਟ ਦੀ ਜਿਹੜੀ ਐਡਮਿਸ਼ਨ ਹੈ ਉਹ ਡਾਇਰੈਕਟ ਕੰਸਲਟੈਂਟ ਦੇ ਥਰੂ ਨਹੀਂ ਆ ਰਹੀ। ਮਤਲਬ ਕਿ ਉਹ ਸਬ ਏਜੰਟਸ ਨੇ ਜਿਹੜੇ ਕਿਤੇ ਨਾ ਕਿਤੇ ਦੂਸਰੇ ਕੰਸਲਟੈਂਟ ਦੇ ਜ਼ਰੀਏ ਫਾਈਲਸ ਲੌਂਚ ਕਰਦੇ ਨੇ। ਇਸ ਤਰੀਕੇ ਦੇ ਜਿਹੜੇ ਲਗਾਤਾਰ ਕੈਨੇਡੀਅਨ ਗਵਰਨਮੈਂਟ ਹੈ ਜਿਹੜੀ ਉਹ ਐਜੂਕੇਸ਼ਨ ਸਿਸਟਮ ਨੂੰ ਇੰਪਰੂਵ ਕਰਨ ਦੇ ਲਈ ਸਰਵੇਜ਼ ਕਰਦੀ ਹੈ, ਪਾਲਿਸੀ ਡਰਾਫਟ ਕਰਦੀ ਹੈ। ਸੋ ਕਈ ਜਿਹੜੇ ਉੱਥੇ ਬੜੇ ਇਸ ਫੀਲਡ ਦੇ ਐਕਸਪਰਟ ਨੇ, ਕੈਨੇਡੀਅਨ ਇਮੀਗ੍ਰੇਸ਼ਨ ਦੇ ਐਕਸਪਰਟ ਨੇ, ਉਹਨਾਂ ਨਾਲ ਲਗਾਤਾਰ ਮੈਂ ਰਾਬਤੇ 'ਚ ਰਹਿਣਾ। ਸੋ ਹੁਣ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨੂੰ ਮੋਨੀਟਰ ਕੀਤਾ ਜਾ ਰਿਹਾ ਕੈਨੇਡਾ ਵੱਲੋਂ। ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਕੀ ਇਹ ਟ੍ਰੈਂਡ ਪੰਜਾਬ 'ਚ ਵੀ ਹੈ? ਕਿ ਪੰਜਾਬ 'ਚ ਜਦੋਂ ਸਟੂਡੈਂਟ ਅਪਲਾਈ ਕਰਦੇ ਨੇ ਕਿ ਸਾਰੇ ਸਟੂਡੈਂਟ ਹੀ ਉਸ ਕੰਸਲਟੈਂਟ ਦੇ ਥਰੂ ਅਪਲਾਈ ਕਰਦੇ ਨੇ ਜਿਹੜੇ ਕਾਲਜਸ ਦੇ ਨਾਲ ਡਾਇਰੈਕਟ ਜੁੜੇ ਹੋਏ ਨੇ, ਜਾਂ ਇਨਡਾਇਰੈਕਟ ਐਡਮਿਸ਼ਨ ਵੀ ਜਿਹੜੀ ਹੈ ਉਹ ਕਾਲਜਸ ਨੂੰ ਇੱਥੋਂ ਜਾਂਦੀ ਹੈ? ਸੀ ਬੜਾ ਹੀ ਮੈਨੂੰ ਲੱਗਦਾ ਇੰਪੋਰਟੈਂਟ ਕੁਐਸਚਨ ਤੁਸੀਂ ਮੈਨੂੰ ਪੁੱਛਿਆ। ਕਿਉਂਕਿ ਸਟੂਡੈਂਟਸ ਕਦੀ ਇਹ ਚੀਜ਼ ਨਾਲ ਵਾਕਫ ਨਹੀਂ ਹੋ ਪਾਉਂਦੇ ਕਿ ਕੰਸਲਟੈਂਟ ਡਾਇਰੈਕਟਲੀ ਕਾਲਜ ਰਿਪਰੈਜ਼ੈਂਟ ਕਰਦਾ ਹੈ ਕਿ ਨਹੀਂ ਕਰਦਾ। ਤਾਂ ਹੀ ਕਰਕੇ ਦੇਖਣ ਨੂੰ ਮਿਲਦਾ ਹੈ ਕਿ ਕਈ ਵਾਰੀ ਸਟੂਡੈਂਟਸ ਹੁਣ ਪ੍ਰਾਈਵੇਟ ਕਾਲਜ 7 ਬੈਂਡ ਵਾਲੇ ਸਟੂਡੈਂਟਸ ਨੂੰ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਦਵਾ ਦਿੱਤੀ ਜਾਂਦੀ ਹੈ, ਕਿਉਂਕਿ ਜਿਹੜੇ ਕਾਲਜ ਕੰਸਲਟੈਂਟ ਉਹਨਾਂ ਦਾ ਰਿਪਰੈਜ਼ੈਂਟ ਕਰਦਾ ਜਾਂ ਏਜੰਟ ਰਿਪਰੈਜ਼ੈਂਟ ਕਰਦਾ ਉਹ ਉਹਨਾਂ ਨੂੰ ਪੁਸ਼ ਕਰਦਾ ਹੈ ਕਿ ਉਸੇ ਕਾਲਜ 'ਚ ਹੀ ਉਹਨਾਂ ਦੀ ਐਡਮਿਸ਼ਨ ਹੋਵੇ। ਸੋ ਕਈ ਵਾਰ ਤਾਂ ਇਹ ਵੀ ਦੇਖਣ ਨੂੰ ਮਿਲਦਾ ਗੱਲਾਂ ਜੀ ਕਿ ਸਟੂਡੈਂਟ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰਾ ਕਿਹੜੇ ਕਾਲਜ 'ਚ ਆਫਰ ਲੈਟਰ ਆਈ, ਮੇਰੇ ਫਾਰਮ ਕਿੱਦਾਂ ਭਰੇ ਗਏ, ਔਰ ਮੇਰੀ ਕੀ ਕਹਿੰਦੇ ਐਪਲੀਕੇਸ਼ਨ ਕਿੱਦਾਂ ਲੱਗੀ। ਕਿਉਂਕਿ ਸਾਨੂੰ ਜਦੋਂ ਰੀਫਾਈਲਿੰਗ ਹੁੰਦੀ ਹੈ, ਸੋ ਇਦਾਂ ਦੇ ਕੇਸਿਸ 'ਚ ਮੋਸਟਲੀ ਰਿਫਿਊਜ਼ਲ ਆਉਂਦੀ ਹੈ। ਔਰ ਕੀ ਕਹਿੰਦੇ ਜਦੋਂ ਇੱਦਾਂ ਦਾ ਸਟੂਡੈਂਟ ਸਾਡੇ ਆਫਿਸ 'ਚ ਵਿਜ਼ਿਟ ਕਰਦਾ ਜਾਂ ਮੇਰੇ ਨਾਲ ਫੋਨ ਤੇ ਗੱਲ ਕਰਦਾ, ਤਾਂ ਮੈਂ ਉਹਦੀ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਹੁੰਦਾ ਹੈ ਕਿਸੇ ਵੀ ਰਿਫਿਊਜ਼ ਸਟੂਡੈਂਟ ਨੂੰ ਕਿ ਮੈਨੂੰ ਤੁਹਾਡੇ ਐਪਲੀਕੇਸ਼ਨ ਫਾਰਮ, ਫੈਮਿਲੀ ਇਨਫੋਰਮੇਸ਼ਨ ਫਾਰਮ ਔਰ ਤੁਹਾਡੀ SOP, ਤੁਹਾਡੀ ਆਫਰ ਲੈਟਰ, ਤੁਸੀਂ ਕੀ ਡਾਕੂਮੈਂਟਸ ਲਗਾਏ ਸੀ ਆਪਣੀ ਫਾਈਲ 'ਚ, ਇਹ ਜਦ ਤੱਕ ਤੁਸੀਂ ਮੈਨੂੰ ਨਹੀਂ ਦੱਸੋਗੇ ਮੈਂ ਤੁਹਾਡੀ ਫਰਦਰ ਅਸੈਸਮੈਂਟ ਨਹੀਂ ਕਰ ਸਕਦਾ। ਸੋ ਜਿਹੜੇ ਰਿਫਿਊਜ਼ ਸਟੂਡੈਂਟਸ ਹੈ ਮੈਂ ਉਹਨਾਂ ਨੂੰ ਦੱਸਦਾ, ਜੇ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਕੋਈ ਸੋਲਿਊਸ਼ਨ ਤੁਹਾਨੂੰ ਦੇ ਪਾਵਾਂ ਤਾਂ ਮੈਨੂੰ ਤੁਹਾਡੀ ਪ੍ਰੀਵੀਅਸ ਇਹ ਡਾਕੂਮੈਂਟਸ ਚਾਹੀਦੇ ਹੋਣਗੇ, ਤਾਂ ਹੀ ਮੈਂ ਤੁਹਾਡੀ ਕੋਈ ਅਸੈਸਮੈਂਟ ਕਰ ਸਕਾਂਗਾ। ਬਿਨਾਂ ਡਾਕੂਮੈਂਟ ਦੇਖੇ ਮੈਂ ਅਸੈਸਮੈਂਟ ਨਹੀਂ ਕਰ ਸਕਾਂਗਾ। ਹੁਣ ਕਈ ਸਟੂਡੈਂਟ ਹੁੰਦੇ ਕਿ ਸਰ ਮੈਨੂੰ ਤਾਂ ਪਤਾ ਹੀ ਨਹੀਂ ਹੈ ਕਿ ਮੇਰੀ ਫਾਈਲ 'ਚ ਲੱਗਾ ਕੀ ਸੀ, ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਕਿਹੜੇ ਕਾਲਜ 'ਚ ਮੇਰੀ ਆਫਰ ਲੈਟਰ ਆਈ, ਔਰ ਨਾ ਹੀ ਮੇਰਾ ਕੰਸਲਟੈਂਟ ਮੈਨੂੰ ਕੋਈ ਡਾਕੂਮੈਂਟ ਦੇ ਰਿਹਾ। ਉਹ ਡਾਕੂਮੈਂਟ ਇਸ ਲਈ ਨਹੀਂ ਦਿੰਦਾ ਕਿਉਂਕਿ ਉਹ ਕੋਈ ਨਾ ਕੋਈ ਫਰਜ਼ੀ ਡਾਕੂਮੈਂਟ ਬਣਾ ਕੇ ਸਟੂਡੈਂਟ ਦੀ ਫਾਈਲ 'ਚ ਲਾ ਦਿੰਦਾ, ਔਰ ਇਹ ਸਾਰੀਆਂ ਚੀਜ਼ਾਂ ਉੱਤੇ ਨਕੇਲ ਪਾਉਣਾ ਚਾਹੁੰਦੀ ਹੈ ਕੈਨੇਡਾ ਹਾਈ ਕਮਿਸ਼ਨ। ਇਸ ਲਈ ਕੁਛ ਨਾ ਕੁਛ ਪਾਲਿਸੀਜ਼ ਜ਼ਰੂਰ ਤਿਆਰ ਹੋ ਰਹੀਆਂ ਕਿ ਜਿਹੜੇ ਡਾਕੂਮੈਂਟ ਸਹੀ ਤਰੀਕੇ ਨਹੀਂ ਲਾਉਂਦੇ ਉਹਨਾਂ ਲਈ, ਜਿਹੜੇ ਕਾਲਜਸ ਡਾਇਰੈਕਟਲੀ ਨਹੀਂ ਰਿਪਰੈਜ਼ੈਂਟ ਕਰਦੇ ਉਹਨਾਂ ਲਈ, ਔਰ ਜਿਹੜੇ ਕਾਲਜ ਦੀ ਫੀਸ ਨਹੀਂ ਜਮ੍ਹਾਂ ਕਰਾਉਂਦੇ ਉਹਨਾਂ ਲਈ ਕੁਛ ਪਾਲਿਸੀਜ਼ ਤਿਆਰ ਹੋ ਰਹੀਆਂ। ਉਸੇ ਕਰਕੇ ਜਿਹੜੇ 10 ਕਾਲਜ ਸੀ ਕੈਨੇਡਾ ਕਿਊਬੈਕ ਦੇ, ਉਹਨਾਂ ਤੇ ਪ੍ਰੋਬਲਮ ਆਈ। ਉਸੇ ਕਰਕੇ ਹੀ ਕੀ ਕਹਿੰਦੇ ਆ ਹੱਲੇ ਵੀ ਕੁਛ ਕਾਲਜਸ ਘਬਰਾਏ ਪਏ ਆ ਕਿ ਸਾਡਾ ਕੀ ਬਣੇਗਾ ਫਿਊਚਰ ਵਿੱਚ, ਕਿਉਂਕਿ ਉਹ ਵੀ ਕੁਛ ਕੰਪਲਾਇੰਸਿਸ ਨਹੀਂ ਫੋਲੋ ਕਰਦੇ ਸੀ। ਸੋ ਟੌਪਿਕ ਬੜਾ ਲੰਬਾ ਹੈ ਔਰ ਡੂੰਘਾ ਹੈ, ਔਰ ਕੀ ਕਹਿੰਦੇ ਆ ਰੂਲਸ ਰੈਗੂਲੇਸ਼ਨ ਕੰਪਲਾਇੰਸ ਨੂੰ ਲੈ ਕੇ ਹੈਗਾ। ਹਾਂਜੀ ਹੈਗਾ। ਮੈਂ ਇਹ ਵੀ ਮਹਿਸੂਸ ਕਰਦਾ ਜਸਮੀਤ ਜੀ ਕਿ ਪੰਜਾਬ 'ਚ ਜਿਹੜੇ ਕੰਸਲਟੈਂਟ ਨੇ ਉਹ ਬਹੁਤ ਘੱਟ ਨੇ ਜਿਹੜੇ ਕਾਲਜਸ ਨੂੰ ਡਾਇਰੈਕਟ ਰਿਪਰੈਜ਼ੈਂਟ ਕਰਦੇ ਨੇ। ਕਿਊਬਿਕ ਦੇ ਹੋਣ, ਚਾਹੇ ਟੋਰਾਂਟੋ ਦੇ ਹੋਣ, ਵੈਂਕੂਵਰ ਦੇ ਹੋਣ, ਪੰਜਾਬ 'ਚ ਕੰਸਲਟੈਂਟ ਬਹੁਤ ਨੇ, ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਵੀ ਨੇ। ਪਰ ਜਦੋਂ ਪੰਜਾਬ ਦੇ ਬਹੁਤੇ ਕੰਸਲਟੈਂਟ ਨੇ ਜਿਹੜੇ ਉਹ ਡਾਇਰੈਕਟਲੀ ਅਪਰੂਵਡ ਨਹੀਂ ਹੈ ਕਾਲਜਸ ਦੇ ਨਾਲ, ਉਹ ਮਤਲਬ ਸਿੱਧੇ ਕਾਲਜ ਦੇ ਨਾਲ ਅਪਰੂਵਡ ਨਹੀਂ ਹੈ, ਉਹ ਕਿਵੇਂ ਕੰਮ ਕਰਦੇ ਨੇ? ਸਟੂਡੈਂਟਸ ਦੀ ਫਾਈਲ ਫਿਰ ਉਹ ਕਿਵੇਂ ਲਾਉਂਦੇ ਨੇ? ਸੋ ਕਿਸੇ ਨਾ ਕਿਸੇ ਦੇ ਥਰੂ, ਮੇਜਰ ਵੱਡੇ ਏਜੰਟ ਦੇ ਥਰੂ ਆਪਣੀਆਂ ਫਾਈਲਾਂ ਪ੍ਰੋਸੀਡ ਕਰਦੇ ਨੇ।
ਸੋ ਮੈਨੂੰ ਉਹਦੇ 'ਚ ਵੀ ਕੋਈ ਪਰੇਸ਼ਾਨੀ ਨਹੀਂ ਹੈਗੀ। ਜਦੋਂ ਕੋਈ ਸਟੂਡੈਂਟ ਉਹ ਕਦੀ ਫਾਈਲ ਅਪਲਾਈ ਕਰਦੇ ਆ, ਜਦ ਤੱਕ ਸਟੂਡੈਂਟ ਨੂੰ ਆਫਰ ਲੈਟਰ ਦੀ ਕਨਫਰਮੇਸ਼ਨ ਆ ਰਹੀ ਹੈ, ਜਦ ਤੱਕ ਸਟੂਡੈਂਟ ਨੂੰ ਪਤਾ ਲੱਗ ਰਿਹਾ ਹੈ ਕਿ ਮੇਰੀ ਆਫਰ ਲੈਟਰ ਅਪਲਾਈ ਹੋ ਗਈ ਹੈ, ਉਹਨੂੰ ਈਮੇਲ ਆ ਗਈ ਹੈ, ਕਿਉਂਕਿ ਕੰਮ ਕਰਦੇ ਆ, ਸਾਰੇ ਹੀ ਕੰਮ ਕਰਦੇ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਪ੍ਰੋਬਲਮ ਉਦੋਂ ਆ ਜਾਂਦੀ ਹੈ ਜਦੋਂ ਸਟੂਡੈਂਟ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੀ ਆਫਰ ਲੈਟਰ ਅਪਲਾਈ ਕਦੋਂ ਹੋਈ, ਮੇਰੀ ਆਫਰ ਲੈਟਰ ਆਊਗੀ ਕਦੋਂ। 2-2 3-3 ਮਹੀਨੇ ਸਟੂਡੈਂਟ ਕੀ ਕਹਿੰਦੇ ਆ, ਪਤਾ ਹੀ ਨਹੀਂ ਹੁੰਦਾ ਕਿ ਕਿੱਥੇ ਅਪਲਾਈ ਹੋਈ ਸੀ। ਦੇਖੋ, ਜਦੋਂ ਸਟੂਡੈਂਟ ਨੂੰ ਪਤਾ ਹੈ ਕਿ ਮੇਰੀ ਆਫਰ ਲੈਟਰ ਅਪਲਾਈਡ ਹੈ ਪਰ ਕਾਲਜ ਵੱਲੋਂ ਡਿਲੇ ਹੈ, ਦੈਟਸ ਓਕੇ, ਦੈਟ ਇਜ਼ ਸਮਥਿੰਗ ਐਲਸ। ਬਟ ਜੇ ਸਟੂਡੈਂਟ ਨੂੰ ਪਤਾ ਹੀ ਨਹੀਂ ਹੈ ਕਿ ਮੇਰੀ ਆਫਰ ਲੈਟਰ ਅਪਲਾਈ ਕਿੱਥੇ ਹੋਈ, ਕਿਹੜੇ ਕੋਰਸ 'ਚ ਅਪਲਾਈ ਹੋਈ, ਕਿੱਦਾਂ ਅਪਲਾਈ ਹੋਈ, ਉਹਦੇ ਤੇ ਫਿਰ ਸਟੂਡੈਂਟ ਨੂੰ ਥੋੜਾ ਜਿਹਾ ਹੋਰ ਡੂੰਘੇ ਤਰੀਕੇ ਸੋਚਣਾ ਚਾਹੀਦਾ ਹੈ। ਔਰ ਜਿਹੜੇ ਵੀ ਕੰਸਲਟੈਂਟ ਦੇ ਥਰੂ ਤੁਸੀਂ ਅਪਲਾਈ ਕਰਦੇ ਹੋ, ਉਹਨੂੰ ਕਹੋ ਕਿ ਸਾਨੂੰ 2 ਜਾਂ 3 ਦਿਨ 'ਚ ਕਨਫਰਮੇਸ਼ਨ ਚਾਹੀਦੀ ਹੈ। ਔਰ ਦੇਖਣ ਨੂੰ ਇਹ ਮਿਲਦਾ ਹੈ ਕਿ ਜਦੋਂ ਤੁਸੀਂ ਸਬ ਏਜੰਟ ਦੇ ਥਰੂ ਅਪਲਾਈ ਕਰਦੇ ਹੋ, ਸੋ ਕਈ ਵਾਰੀ ਸਟੂਡੈਂਟਸ ਨੂੰ ਜਿਹੜੀਆਂ ਕਨਫਰਮੇਸ਼ਨਸ ਹੈ ਉਹ 30 ਦਿਨ ਕਨਫਰਮੇਸ਼ਨ ਹੀ ਨਹੀਂ ਮਿਲਦੀਆਂ। 30 ਦਿਨ ਜੀ ਉਹਨਾਂ ਦੀ ਆਫਰ ਲੈਟਰ ਅਪਲਾਈ ਨਹੀਂ ਹੁੰਦੀ। ਆਫਰ ਲੈਟਰ ਆਉਣ ਦੀ ਤਾਂ ਬਾਅਦ 'ਚ ਗੱਲ ਹੈ, ਤੋਂ 30 ਦਿਨ ਆਫਰ ਲੈਟਰ ਅਪਲਾਈ ਨਹੀਂ ਹੁੰਦੀ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ 24 to 48 ਆਵਰਸ 'ਚ ਹਰ ਸਟੂਡੈਂਟ ਨੂੰ ਕਨਫਰਮੇਸ਼ਨ ਭੇਜ ਦਿੱਤੀ ਜਾਵੇ ਕਿ ਉਹਦੀ ਆਫਰ ਲੈਟਰ ਅਪਲਾਈ ਹੋ ਗਈ, ਔਰ ਉਹਨੂੰ ਕਨਫਰਮੇਸ਼ਨ ਮਿਲ ਜਾਵੇ ਕਿ ਇਹ ਮੇਰੀ ਆਫਰ ਲੈਟਰ ਅਪਲਾਈ ਹੋ ਗਈ ਹੈ। ਹਾਂਜੀ, ਕਈ ਸਟੂਡੈਂਟ ਮੈਨੂੰ ਸ਼ਿਕਾਇਤ ਕਰਦੇ ਨੇ ਜਸਮੀਤ ਜੀ ਕਿ ਅਸੀਂ ਇਸ ਕੰਸਲਟੈਂਟ ਨੂੰ ਪੁੱਛਦੇ ਹਾਂ ਤੇ ਸਾਨੂੰ ਫੀਸ ਵੇਵਰ ਮਿਲਦੀ ਹੈ, ਜਦੋਂ ਅਸੀਂ ਦੂਸਰੇ ਕੰਸਲਟੈਂਟ ਨੂੰ ਪੁੱਛਦੇ ਹਾਂ ਉੱਥੋਂ ਸਾਨੂੰ ਫੀਸ ਵੇਵਰ ਨਹੀਂ ਮਿਲਦੀ। ਇਹਦਾ ਰੀਜ਼ਨ ਕੀ ਹੈ? ਏਦਾਂ ਹੈ ਕਿ ਕੀ ਕਹਿੰਦੇ ਆ, ਜਦੋਂ ਅਸੀਂ ਇਹ ਚੀਜ਼ ਦੀ ਗੱਲ ਕਰੀਏ ਤਾਂ ਏਦਾਂ ਹੈ ਕਿ ਐਪਲੀਕੇਸ਼ਨ ਫੀ ਵੇਵਰ ਕੁਝ ਟੌਪ ਪਰਫਾਰਮਿੰਗ ਏਜੰਟਸ ਨੂੰ ਮਿਲਦੀ ਹੈ, ਪਹਿਲੀ ਗੱਲ ਤਾਂ। ਔਰ ਜਦੋਂ ਤੁਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹੋ ਤਾਂ ਤੁਹਾਨੂੰ ਮਿਲਦੀ ਹੈ ਐਪਲੀਕੇਸ਼ਨ ਫੀ ਵੇਵਰਸ, ਨਹੀਂ ਤਾਂ ਬਹੁਤ ਸਾਰੇ ਏਜੰਟਸ ਨੂੰ ਐਪਲੀਕੇਸ਼ਨ ਫੀ ਵੇਵਰ ਨਹੀਂ ਮਿਲਦੀਆਂ। ਸੈਕੰਡਲੀ, ਐਪਲੀਕੇਸ਼ਨ ਫੀ ਵੇਵਰ ਕਈ ਵਾਰੀ ਮਿਲੀ ਹੁੰਦੀ ਏਜੰਟ ਨੂੰ, ਸਟੂਡੈਂਟ ਨੂੰ ਪਾਸ ਆਨ ਨਹੀਂ ਹੁੰਦੀ। ਸੋ ਅਸੀਂ ਜਿਵੇਂ ਹੁਣ ਮੈਂ ਤੁਹਾਨੂੰ ਕਾਲਜਸ ਦੇ ਨਾਮ ਲੈ ਦਿੰਦਾ, ਲੋਇਲਿਸਟ ਕਾਲਜ, ਲੈਂਪਟਨ ਕਾਲਜ, ਨਾਇਗਰਾ ਕਾਲਜ, ਧਰਮ ਕਾਲਜ, ਫਲੇਮਿੰਗ ਕਾਲਜ, ਨਾਰਥ ਆਈਲੈਂਡ ਕਾਲਜ, ਯੂਨੀਵਰਸਿਟੀ ਕੈਨੇਡਾ ਵੈਸਟ। ਸੋ ਇਹ ਸਾਰੇ ਕਾਲਜਸ, ਨਾਇਗਰਾ ਕਾਲਜ, ਸੋ ਇਹ ਸਾਰੇ ਕਾਲਜਸ ਤੇ ਅੱਜ ਦੀ ਡੇਟ 'ਚ ਫੀ ਕੀ ਕਹਿੰਦੇ ਆ ਐਪਲੀਕੇਸ਼ਨ ਫੀ ਵੇਵਰ ਮਿਲ ਰਿਹਾ। ਸੋ ਜੇ ਸਟੂਡੈਂਟ ਨੇ ਅਪਲਾਈ ਕਰਨਾ ਹੈ ਤਾਂ ਇਹਨਾਂ ਕਾਲਜਸ ਵਿੱਚ ਐਪਲੀਕੇਸ਼ਨ ਫੀ ਵੇਵਰ ਮਿਲ ਰਿਹਾ। ਸੋ ਸਟੂਡੈਂਟ ਐਪਲੀਕੇਸ਼ਨ ਫੀ ਵੇਵਰ ਦੇ ਨਾਲ ਅਪਲਾਈ ਕਰ ਸਕਦੇ ਨੇ। ਔਰ ਜੇ ਤੁਸੀਂ ਅੱਜ ਦੀ ਡੇਟ 'ਚ ਘਰ ਬੈਠੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਇਹਨਾਂ ਸਾਰਿਆਂ ਕਾਲਜਾਂ 'ਚ ਐਪਲੀਕੇਸ਼ਨ ਫੀ ਵੇਵਰ ਦੇ ਰਿਹਾ। ਹੁਣ ਜੇ ਤੁਸੀਂ ਮੇਰੇ ਨਾਲ ਗੱਲ ਕਰੋਗੇ ਕਿ ਧਰਮ ਕਾਲਜ 'ਚ ਬਹੁਤ ਸਾਰੇ ਏਜੰਟਸ ਨੂੰ ਐਪਲੀਕੇਸ਼ਨ ਫੀ ਵੇਵਰ ਨਹੀਂ ਹੈਗਾ, ਠੀਕ ਹੈ, ਔਰ ਲੋਇਲਿਸਟ ਕਾਲਜ 'ਚ ਬਹੁਤ ਸਾਰੇ ਏਜੰਟਸ ਨੂੰ ਐਪਲੀਕੇਸ਼ਨ ਫੀ ਵੇਵਰ ਨਹੀਂ ਹੈਗਾ। ਨਾਇਗਰਾ ਕਾਲਜ ਨੂੰ ਬਹੁਤ ਸਾਰੇ ਏਜੰਟਸ ਨੂੰ ਐਪਲੀਕੇਸ਼ਨ ਫੀ ਵੇਵਰ ਨਹੀਂ ਹੈਗਾ, ਉਹਨਾਂ ਨੂੰ ਐਪਲੀਕੇਸ਼ਨ ਫੀ ਦੇਣੀ ਪੈਂਦੀ ਹੈ। ਸੋ ਫਲੇਮਿੰਗ ਕਾਲਜ 'ਚ ਵੀ ਬਹੁਤ ਸਾਰੇ ਏਜੰਟਸ ਐਪਲੀਕੇਸ਼ਨ ਫੀ ਵੇਵਰ ਨਹੀਂ ਹੈਗਾ। ਸੋ ਐਪਲੀਕੇਸ਼ਨ ਫੀ ਵੇਵਰ ਇਦਾਂ ਵੀ ਨਹੀਂ ਹੁੰਦਾ ਕਿ ਸਾਰੇ ਏਜੰਟਾਂ ਕੋਲ ਹੁੰਦਾ। ਸੋ ਤੁਸੀਂ ਦੇਖਣਾ ਹੈ ਕਿ ਕਿਹੜੇ ਕੰਸਲਟੈਂਟ ਕੋਲ ਇਦਾਂ ਦੀਆਂ ਪਾਵਰਸ ਹੈਗੀਆਂ, ਕਿਹੜਾ ਏਜੰਟਸ ਕੰਸਲਟੈਂਟ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਆ, ਕਿਹੜੇ ਏਜੰਟਸ ਕਿੱਦਾਂ ਕੋਲ ਪਤਾ ਜੇ ਕਰਨ ਅਪਲਾਈ। ਸਟੂਡੈਂਟ, ਹਾਂਜੀ, ਕਿੱਦਾਂ ਪਤਾ ਕਰਨ? ਇਹ ਕੰਸਲਟੈਂਟ ਤੋਂ ਹੀ ਪੁੱਛਣ ਵੀ ਕੀ ਤੁਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹੋ, ਜਾਂ ਕੋਈ ਜਿਹੜੇ ਕਾਲਜ ਨੇ, ਕਾਲਜ ਦੀ ਕੋਈ ਵੈਬਸਾਈਟ ਦੇ ਉੱਤੇ ਲਿਖਿਆ ਹੁੰਦਾ ਕਿ ਇਹ ਕੰਸਲਟੈਂਟ ਸਾਨੂੰ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਨੇ? ਅਸੀਂ ਨਾਰਮਲੀ ਤਾਂ ਦੇਖੋ ਇਦਾਂ ਦਾ ਕੋਈ ਮੇਰੇ ਤਾਂ ਸੁਣਨ 'ਚ ਇਹ ਆਇਆ ਕਿ ਬਹੁਤ ਸਾਰੇ ਕੰਸਲਟੈਂਟ ਇਦਾਂ ਦੇ ਹੈਗੇ ਜਿਨ੍ਹਾਂ ਨੇ ਜਿਹੜੇ ਰਿਪਰੈਜ਼ੈਂਟ ਵੀ ਨਹੀਂ ਕੀਤੇ, ਪਰ ਉਹਨਾਂ ਨੇ ਆਪਣੀ ਦੀਵਾਰ ਤੇ ਸਰਟੀਫਿਕੇਟ ਆਫ ਰਿਪਰੈਜ਼ੈਂਟੇਸ਼ਨ ਟੰਗੇ ਹੋਏ ਆ ਸਾਰੇ ਕਾਲਜਾਂ ਦੇ। ਸੋ ਜੇ ਕਹੀਏ ਤਾਂ ਸਟੂਡੈਂਟਸ ਨੂੰ ਪਤਾ ਤਾਂ ਹੀ ਲੱਗ ਸਕਦਾ ਜਦੋਂ ਅਸੀਂ ਆਫਰ ਲੈਟਰ ਅਪਲਾਈ ਕਰਦੇ ਹਾਂ, ਔਰ 24 ਘੰਟੇ ਜਦੋਂ ਆਫਰ ਲੈਟਰ ਦੀ ਕਨਫਰਮੇਸ਼ਨ ਤੁਹਾਨੂੰ ਮਿਲ ਰਹੀ ਹੈ, ਚਾਹੇ ਉਹ ਡਾਇਰੈਕਟ ਰਿਪਰੈਜ਼ੈਂਟ ਕਰਦਾ ਹੈ ਨਹੀਂ ਕਰਦਾ, ਉਹ ਇੰਨਾ ਮੈਟਰ ਨਹੀਂ ਕਰਦਾ, ਪਰ ਤੁਹਾਨੂੰ ਕਨਫਰਮੇਸ਼ਨ ਆ ਗਈ ਕਿ ਤੁਹਾਡੀ ਆਫਰ ਲੈਟਰ ਸਿੱਧੀ ਕਾਲਜ 'ਚ ਅਪਲਾਈ ਹੋ ਗਈ, ਦੈਟ ਇਜ਼ ਮੋਰ ਇੰਪੋਰਟੈਂਟ। ਹੁਣ ਜੇ ਡਾਇਰੈਕਟ ਬਿਲਕੁਲ ਰਿਪਰੈਜ਼ੈਂਟ ਕਰਦਾ ਨਹੀਂ ਕਰਦਾ, ਦੈਟ ਇਜ਼ ਸੈਕੰਡਰੀ ਇਸ਼ੂ। ਜੇ ਤੁਸੀਂ ਗੱਲ ਕਰੀਏ ਦੈਟ ਇਜ਼ ਸੈਕੰਡਰੀ ਇਸ਼ੂ। ਬਟ ਜੇ ਤੁਹਾਡੀ ਆਫਰ ਲੈਟਰ ਅਪਲਾਈ ਹੋ ਗਈ ਤਾਂ ਕੀ ਕਹਿੰਦੇ ਆ ਤੁਹਾਨੂੰ ਪਤਾ ਲੱਗ ਜਾਏਗਾ। ਹੁਣ ਅਸੀਂ ਸਾਡੇ ਸ਼ੋਅ 'ਚ ਆਪਾਂ ਸਾਰੇ ਸਟੂਡੈਂਟਸ ਨੂੰ ਕਹਿੰਦੇ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਆ, ਡਾਇਰੈਕਟਲੀ ਜੀ। ਰਿਪਰੈਜ਼ੈਂਟ ਕਰਦੇ ਆ। ਹੁਣ ਹਾਂਜੀ, ਸਰ ਜਿਵੇਂ ਕਿਊਬਿਕ 'ਚ ਨੇ, ਕਿਊਬਿਕ 'ਚ ਸਾਡੇ ਬਹੁਤ ਸਾਰੇ ਸਟੂਡੈਂਟਸ ਨੂੰ ਦਿੱਕਤਾਂ ਆ ਰਹੀਆਂ ਨੇ, ਬਹੁਤ ਸਾਰੇ ਕੰਸਲਟੈਂਟ ਨੇ ਹੱਥ ਖੜੇ ਕਰ ਗਏ ਵੀ ਅਸੀਂ ਕੁਝ ਨਹੀਂ ਕਰ ਸਕਦੇ, ਇਹ ਤਾਂ ਹੁਣ ਕਾਲਜਾਂ ਦਾ ਮੈਟਰ ਹੈ। ਜੇ ਕੋਈ ਕੰਸਲਟੈਂਟ ਇਨਡਾਇਰੈਕਟ ਹੈ, ਕੀ ਉਹ ਕਾਲਜ ਨਾਲ ਸਿੱਧੀ ਗੱਲ ਕਰ ਸਕਦਾ? ਜਿਹੜੇ ਨੇ ਸੀ ਏਦਾਂ ਹੈ, ਜੋ ਵੀ ਦੇਖੋ ਕਿਊਬਿਕ ਦੇ ਜਿਹੜੇ ਛੋਟੇ ਛੋਟੇ ਪ੍ਰਾਈਵੇਟ ਕਾਲਜ ਸੀ, ਦੇਖੋ ਉਹ ਪ੍ਰਾਈਵੇਟ ਕਾਲਜ ਹੈਗੇ ਆ, ਉਹਨਾਂ ਨੂੰ ਕੋਈ ਵੀ ਰਿਪਰੈਜ਼ੈਂਟ ਕਰਦਾ। ਜੇ ਅਸੀਂ ਵੈਨੀਅਰ ਕਾਲਜ ਦੀ ਗੱਲ ਕਰੀਏ, ਵੈਨੀਅਰ ਸਰਕਾਰੀ ਕਾਲਜ ਹੈ, ਠੀਕ ਹੈ। ਸੋ ਵੈਨੀਅਰ ਕਾਲਜ ਨੂੰ ਕੋਈ ਵੀ ਰਿਪਰੈਜ਼ੈਂਟ, ਬਹੁਤ ਘੱਟ ਏਜੰਟ ਹੈ ਜਿਹੜੇ ਰਿਪਰੈਜ਼ੈਂਟ ਕਰਦੇ ਆ। ਮਤਲਬ ਮੈਨੂੰ ਲੱਗਦਾ ਪੰਜਾਬ 'ਚ 1 ਜਾਂ 2 ਏਜੰਟ ਹੋਣਗੇ, ਜਿਹੜੇ ਸ਼ਾਇਦ 3 ਹੋਣਗੇ ਜਿਹੜੇ ਵੈਨੀਅਰ ਕਾਲਜ ਮੌਂਟਰੀਅਲ ਨੂੰ ਰਿਪਰੈਜ਼ੈਂਟ ਕਰਦੇ ਹੋਣਗੇ, ਉਹਨਾਂ ਵਿੱਚ ਅਸੀਂ ਇੱਕ ਆ। ਸੋ ਕੀ ਕਹਿੰਦੇ ਆ, ਹੁਣ ਕਿਉਂ ਪ੍ਰਾਈਵੇਟ ਕਾਲਜ ਨੂੰ ਰਿਪਰੈਜ਼ੈਂਟ ਕਰਨਾ ਤਾਂ ਕੋਈ ਏਡੀ ਤੁਸੀਂ ਕਹੋ ਕਿ ਪ੍ਰਾਈਵੇਟ ਕਾਲਜ ਨੂੰ ਬਿਜ਼ਨਸ ਚਾਹੀਦਾ ਹੁੰਦਾ, ਇੱਕ ਦੁਕਾਨਦਾਰ ਨੂੰ ਹੁੰਦਾ ਕਿ ਮੇਰਾ ਸੌਦਾ ਜਿੰਨਾ ਵਿਕ ਜੇ ਉਨਾ ਵਧੀਆ। ਪਰ ਜਦੋਂ ਇੱਕ ਸਰਕਾਰੀ
ਅਸੀਂ ਦੁਕਾਨ ਤੇ ਜਾਂਦੇ ਹਾਂ, ਉਹਨਾਂ ਨੂੰ ਸੌਦਾ ਤਾਂ ਨਹੀਂ ਹੁੰਦਾ, ਉਹਨਾਂ ਨੂੰ ਹੁੰਦਾ ਕੰਪਲਾਇੰਸ ਫੋਲੋ ਹੋਏ, ਉਹਨਾਂ ਨੂੰ ਹੁੰਦਾ ਕਿ ਚੰਗੇ ਬੰਦੇ ਨਾਲ ਜੁੜੀਏ, ਰੈਪੂਟੇਸ਼ਨ ਹੋਵੇ ਜਾਂ ਫਿਰ ਰੈਫਰੈਂਸਿਸ ਚੈੱਕ ਹੋਣ, ਮਤਲਬ ਉਹ ਚੰਗੀ ਤਰ੍ਹਾਂ ਜਿਹਨੂੰ ਕਹਿੰਦੇ ਆ ਚੈੱਕ ਕਰਕੇ ਫਿਰ ਹੀ ਕਿਸੇ ਵੀ ਏਜੰਟ ਨੂੰ ਆਪਣੇ ਨਾਲ ਜੋੜਦੇ ਹਾਂ। ਹੁਣ ਵੈਨੀਅਰ ਕਾਲਜ ਦੀ ਅਸੀਂ ਗੱਲ ਕਰੀਏ ਤਾਂ ਅਸੀਂ 2 ਜਾਂ 3 ਏਜੰਟਸ ਜੋ ਹੈਗੇ ਆ ਜਿਹੜੇ ਵੈਨੀਅਰ ਕਾਲਜ ਨੂੰ ਰਿਪਰੈਜ਼ੈਂਟ ਕਰਦੇ ਆ, ਔਰ ਪਰ ਅਫਸੋਸ ਦੀ ਗੱਲ ਇਹ ਹੈ ਕਿ ਮੌਂਟਰੀਅਲ ਵੈਨੀਅਰ ਕਾਲਜ 'ਚ ਹੱਲੇ ਵੀ ਅਸੀਂ ਜਦੋਂ ਇੰਨਾ ਬਾਰ ਕਹਿੰਦੇ ਆ ਤਾਂ ਬਹੁਤ ਘੱਟ ਬੱਚੇ ਅਪਲਾਈ ਕਰਦੇ ਨੇ। ਫਿਰ ਵੀ ਅਸੀਂ ਚੀਕ ਕੇ ਕਹਿੰਦੇ ਆ ਕਿ ਗਵਰਨਮੈਂਟ ਕਾਲਜਾਂ 'ਚ ਅਪਲਾਈ ਕਰੋ, ਕਿਉਂਕਿ ਪ੍ਰਾਈਵੇਟ ਕਾਲਜ ਇੰਨੇ ਸਾਰੇ ਹੈਗੇ ਆ ਔਰ ਇੰਨੇ ਸਾਰੇ ਏਜੰਟ ਰਿਪਰੈਜ਼ੈਂਟ ਕਰਦੇ ਆ, ਔਰ ਉੱਥੇ ਹੀ ਸਟੂਡੈਂਟ ਕਿਤੇ ਕਹਿੰਦੇ ਆ ਕਿ ਐਡਜਸਟ ਹੋ ਜਾਂਦਾ। ਸੋ ਮੌਂਟਰੀਅਲ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਵੈਨੀਅਰ ਕਾਲਜ 'ਚ ਅਪਲਾਈ ਕਰੋ। ਹੁਣ ਜੇ ਅਸੀਂ ਗੱਲ ਕਰਦੇ ਆ ਕਿ ਅਲਗੋਮਾ ਯੂਨੀਵਰਸਿਟੀ ਦੀ, ਸਰਕਾਰੀ ਯੂਨੀਵਰਸਿਟੀ ਹੈ, ਸਾਰੇ ਰਿਪਰੈਜ਼ੈਂਟ ਕਰਦੇ ਆ ਬਟ ਡਾਇਰੈਕਟਲੀ ਰਿਪਰੈਜ਼ੈਂਟ ਨਹੀਂ ਕਰਦੇ, ਔਰ ਪੰਜਾਬ 'ਚ ਅਸੀਂ ਇਕੱਲੇ ਹੀ ਇਕਲੌਤੇ ਇਹੋ ਜਿਹੇ ਏਜੰਟ ਆ ਜਿਹੜੇ ਅਲਗੋਮਾ ਯੂਨੀਵਰਸਿਟੀ ਨੂੰ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਆ। ਓਨਟਾਰੀਓ ਵਿੱਚ ਇਹਨਾਂ ਦਾ ਕੈਂਪਸ ਬਰੈਂਪਟਨ ਔਰ ਸੂ ਸੇਂਟ ਮੈਰੀ 'ਚ ਹੈ। ਹੁਣ ਅਸੀਂ ਗੱਲ ਕਰੀਏ ਨਿਊ ਬਰੂਨਸਵਿਕ ਕਮਿਊਨਿਟੀ ਕਾਲਜ ਦੀ, ਸਟੂਡੈਂਟਸ ਸੀਟਸ ਅਵੇਲੇਬਲ ਨਹੀਂ ਹੁੰਦੀਆਂ ਇਸ ਕਾਲਜ 'ਚ, ਬਟ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ। ਆਲ ਇੰਡੀਆ 6 ਏਜੰਟ ਹੈ ਜਿਹੜੇ ਨਿਊ ਬਰੂਨਸਵਿਕ ਕਮਿਊਨਿਟੀ ਕਾਲਜ ਨੂੰ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਆ, ਬਟ ਸੀਟਸ ਅਵੇਲੇਬਿਲਿਟੀ ਬੜੀ ਘੱਟ ਹੈ। ਪਰ ਸਟੂਡੈਂਟ ਨੂੰ ਸਮਝਾਉਣਾ ਚਾਹੁੰਦਾ, ਮਈ 2022 ਲਈ ਤੁਸੀਂ ਨਿਊ MDCC 'ਚ ਅਪਲਾਈ ਕਰ ਸਕਦੇ ਹੋ। ਅੱਛਾ, ਮਈ ਤੋਂ ਪਹਿਲਾਂ ਕੋਈ ਸੀਟ ਨਹੀਂ? ਮਈ ਤੋਂ ਪਹਿਲਾਂ ਭਰ ਗਿਆ? ਅਪਲਾਈ ਕਰ ਦਾਂਗੇ। ਜੇ ਟਰਨ ਅਰਾਊਂਡ ਟਾਈਮ ਫॉर ਆਫਰ ਲੈਟਰ ਇਜ਼ 2 to 3 ਮੰਥਸ, ਸੋ 2 ਤੋਂ 3 ਮਹੀਨੇ ਬਾਅਦ ਉਹ ਦੱਸਦੇ ਆ ਕਿ ਤੁਹਾਨੂੰ ਅਸੀਂ ਸੀਟ ਦੇ ਸਕਦੇ ਹਾਂ ਕਿ ਨਹੀਂ ਦੇ ਸਕਦੇ। ਤੁਸੀਂ ਜਨਵਰੀ ਲਈ ਅਪਲਾਈ ਕਰ ਸਕਦੇ ਹੋ, ਬਟ ਮਈ 'ਚ ਤੁਹਾਨੂੰ ਸੀਟ ਮਿਲਣ ਦੀ ਪੂਰੀ ਸ਼ੋਰਟੀ ਹੈ। ਸੋ ਸਟੂਡੈਂਟਸ ਇਦਾਂ ਦਾ ਕੀ ਕਹਿੰਦੇ ਇਦਾਂ ਦੇ ਅਸੀਂ, ਔਰ ਮੈਂ ਇਹਨਾਂ ਚੀਜ਼ਾਂ ਦੀ ਇਹ ਤਾਂ ਹੈ ਕਿਉਂਕਿ ਮੈਂ ਖੁਦ ਨਿਊ ਬਰੂਨਸਵਿਕ ਵਿਜ਼ਿਟ ਕੀਤਾ, ਮੰਗਟਨ ਸਿਟੀ ਹੈਗੀ ਆ ਉੱਥੇ ਵਿਜ਼ਿਟ ਕੀਤਾ ਮੈਂ, ਕਾਲਜਸ ਦਾ ਟੂਰ ਕੀਤਾ, ਕਾਲਜਸ ਦੇ ਮੈਨੇਜਰ ਡਾਇਰੈਕਟਰ ਨਾਲ ਰਾਬਤਾ ਕਾਇਮ ਕੀਤਾ, ਔਰ ਫਿਰ ਜਾ ਕੇ ਉਹਨਾਂ ਨੇ ਸਾਨੂੰ ਅਲਾਉ ਕੀਤਾ ਕਿ ਤੁਸੀਂ ਸਾਡੇ ਨਾਲ ਕੰਮ ਕਰ ਸਕਦੇ ਹੋ। ਸੋ ਇਦਾਂ ਹੀ ਸਾਰੇ ਹੀ ਕਾਲਜਸ 'ਚ ਮੈਂ ਪਰਸਨਲੀ ਵਿਜ਼ਿਟ ਕਰਕੇ ਆਉਣਾ, ਔਰ ਮੈਂ ਚੈੱਕ ਕਰਦਾ ਕਿ ਸਟੂਡੈਂਟਸ ਨੂੰ ਕਿੱਦਾਂ ਦੀ ਸਰਵਿਸਿਜ਼ ਮਿਲ ਪਾ ਰਹੀਆਂ, ਔਰ ਫਿਰ ਹੀ ਅਸੀਂ ਪ੍ਰੋਸੀਡ ਕਰੀਦਾ ਕਿ ਅਸੀਂ ਉਸ ਕਾਲਜਸ ਦੇ ਨਾਲ ਕਿਵੇਂ ਕੰਮ ਕਰ ਸਕਦੇ ਹਾਂ। ਸੋ ਸਟੂਡੈਂਟਸ ਜਿਹੜੀ ਇਹ ਇਨਫੋਰਮੇਸ਼ਨ ਹੈ ਤਾਂ ਮੈਂ ਤੁਹਾਨੂੰ ਪਰਸਨਲੀ ਦੇ ਸਕਦਾ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕੋਈ ਨਾ ਕੋਈ ਸਾਡੇ 'ਚੋਂ ਵਿਜ਼ਿਟ ਕਰੇ। ਸੋ ਸਾਡੇ ICCRC ਮੈਂਬਰ ਹੈ ਕੈਨੇਡਾ 'ਚ, ਟੋਰਾਂਟੋ 'ਚ, ਉਹ ਵੀ ਕਾਲਜਸ ਦੇ ਨਾਲ ਵਿਜ਼ਿਟ ਕਰਦੇ ਰਹਿੰਦੇ ਆ, ਰਾਬਤਾ ਕਾਇਮ ਰੱਖਦੇ ਆ, ਔਰ ਕੀ ਕਹਿੰਦੇ ਆ ਉਹ ਵੀ ਪੂਰਾ ਖਿਆਲ ਰੱਖਦੇ ਆ ਕਿ ਸਟੂਡੈਂਟਸ ਨੂੰ ਪੂਰੀਆਂ ਸਰਵਿਸਿਜ਼ ਮਿਲਣ। ਸੋ 3 ICCRC ਮੈਂਬਰ ਸਾਡੇ ਪੈਨਲ ਤੇ ਹੈਗੇ ਆ, 3 ICCRC ਮੈਂਬਰਸ ਆਰ ਔਨ ਪੈਨਲ ਆਫ ਲੈਂਡਮਾਰਕ ਇਮੀਗ੍ਰੇਸ਼ਨ, ਔਰ ਜੇ ਤੁਸੀਂ ਉਹਨਾਂ ਨਾਲ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਉਹਨਾਂ ਨਾਲ ਵੀ ਤੁਹਾਡੀ ਗੱਲ ਹੋ ਸਕਦੀ ਹੈ। ਔਰ ਤੁਸੀਂ ਕਿਸੇ ਤਰ੍ਹਾਂ ਦੇ ਵੀ ਕੋਈ ਇਸ਼ੂ ਤੁਹਾਨੂੰ ਕੈਨੇਡਾ ਪਹੁੰਚ ਕੇ ਵੀ ਆਉਂਦਾ, ਸੋ ਉਹ ਵੀ ਤੁਹਾਡਾ ਕੈਨੇਡਾ ਪਹੁੰਚ ਕੇ ਵੀ ਸੋਲਵ ਹੋ ਸਕਦਾ। ਸਾਡੀ ਵੈਬਸਾਈਟ ਤੇ ਨੰਬਰ ਹੈਗਾ ਕੈਨੇਡੀਅਨ, ਜਿੱਥੇ ਤੁਸੀਂ ਗੱਲ ਕਰ ਸਕਦੇ ਹੋ। ਬਿਲਕੁਲ ਠੀਕ ਹੈ। ਜਸਮੀਤ ਜੀ, ਇੱਕ ਵਾਰੀ ਅਖੀਰ 'ਚ ਸਵਾਲ ਇਹ ਵੀ ਪੁੱਛ ਲਾਂ, ਲੈਂਡਮਾਰਕ ਕਿੰਨੇ ਕੁ ਕਾਲਜਸ ਜਾਂ ਯੂਨੀਵਰਸਿਟੀਜ਼ ਨਾਲ ਡਾਇਰੈਕਟਲੀ ਐਸੋਸੀਏਟ ਆ? ਕੋਈ ਅੰਦਾਜ਼ਾ ਹੋਵੇ, 5, 10, 15, 20, 25? ਆਲ ਓਵਰ ਵਰਲਡ ਦੀ ਜੇ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ 700-800 ਨੰਬਰ ਹੋਣਗੇ। ਸੋ ਅੱਛਾ, ਜੇ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ? ਹਾਂਜੀ। ਸੋ ਕਈ ਸਾਨੂੰ ਯਾਦ ਵੀ ਨਹੀਂ ਹੁੰਦਾ ਕਿ ਅਸੀਂ ਇੰਨੇ ਕਾਲਜ ਰਿਪਰੈਜ਼ੈਂਟ ਕਰਦੇ ਹਾਂ। ਸੋ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਤਕਰੀਬਨ 100 ਦੇ ਕਰੀਬ ਕਾਲਜ ਹੋਣਗੇ ਜਿਨ੍ਹਾਂ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਕੈਨੇਡਾ 'ਚ। ਮਤਲਬ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹੋ, ਮਤਲਬ ਸਿੱਧੇ ਉਹਨਾਂ ਨਾਲ ਐਸੋਸੀਏਟ ਹੋ? ਹਾਂਜੀ, ਬਿਲਕੁਲ। ਸੋ ਡਾਇਰੈਕਟਲੀ ਰਿਪਰੈਜ਼ੈਂਟ ਕਰੀਦਾ। ਸੋ ਸਾਰੇ ਹੋਰ 5-7 ਕਾਲਜ ਇਦਾਂ ਦੇ ਹੋਣਗੇ ਜਿਹੜੇ ਅਸੀਂ ਨਹੀਂ ਰਿਪਰੈਜ਼ੈਂਟ ਕਰਦੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਅਸੀਂ ਰਿਪਰੈਜ਼ੈਂਟ ਕਰਦੇ ਹਾਂ। ਕੋਈ ਵੀ ਏਜੰਟ ਮੈਨੂੰ ਲੱਗਦਾ ਇੰਡੀਆ ਵਿੱਚ, ਚਾਹੇ ਵੱਡੇ ਤੋਂ ਵੱਡਾ ਏਜੰਟ ਕਿਉਂ ਨਹੀਂ ਹੈਗਾ, ਉਹ ਵੀ ਸਾਰੇ ਕਾਲਜ ਨਹੀਂ ਰਿਪਰੈਜ਼ੈਂਟ ਕਰਦਾ, ਬਟ ਅਸੀਂ ਕਹੀਏ ਤਾਂ 90% ਕਾਲਜ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਕੈਨੇਡਾ ਦੇ। ਸੋ 10%, ਔਰ ਅੱਜ ਦੀ ਡੇਟ 'ਚ ਇੰਨੇ ਸਾਰੇ ਕਾਲਜ ਰਿਪਰੈਜ਼ੈਂਟ ਕਰਨ ਤੋਂ ਬਾਅਦ ਬਹੁਤ ਔਖਾ ਕੰਮ ਹੈ, ਕਿਉਂਕਿ ਹਰ ਕਾਲਜ ਨੂੰ ਸੀਟ ਦੇਣੀ ਬੜਾ ਔਖਾ ਕੰਮ ਹੋ ਜਾਂਦਾ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਵੀ ਕਾਲਜਸ ਹੈਗੇ ਉਹਨਾਂ ਨਾਲ ਅਸੀਂ ਤਾਂ ਹੀ ਐਸੋਸੀਏਟ ਕਰੀਏ ਜੇ ਅਸੀਂ ਉਹਨਾਂ ਦੀ ਕੀ ਕਹਿੰਦੇ ਆ ਜਿਹੜੀ ਰਿਕੁਆਇਰਮੈਂਟ ਆ ਉਹ ਫੁਲਫਿਲ ਕਰ ਸਕਦੇ ਹਾਂ। ਜੀ, ਚਲੋ ਬਹੁਤ ਧੰਨਵਾਦ ਸਰ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸੀ। ਮੈਨੂੰ ਲੱਗਦਾ ਸਟੂਡੈਂਟਸ ਨੂੰ ਕਾਫੀ ਜ਼ਿਆਦਾ ਬੈਨੀਫਿਟ ਹੋਊਗਾ। ਸੋ ਸਾਰੇ ਸਟੂਡੈਂਟ ਕੋਈ ਵੀ ਆਫਰ ਲੈਟਰ ਅਪਲਾਈ ਕਰਨਾ ਚਾਹੁੰਦੇ ਹੁਣ ਲੋਕਡਾਊਨ ਦੇ ਵਿੱਚ, ਇਹ ਬੜਾ ਚੰਗਾ ਸਮਾਂ ਹੈ ਅਪਲਾਈ ਕਰਨ ਦੇ ਪੁਆਇੰਟ ਆਫ ਵਿਊ ਦੇ ਨਾਲ। ਅਦਰਵਾਈਜ਼ ਤਾਂ ਇਹ ਸਮਾਂ ਟਫ ਹੈ, ਸਾਡੇ ਲਈ ਚੈਲੰਜ ਹੈ। ਸੋ 90413 90412 ਤੇ ਜਸਮੀਤ ਜੀ ਨੂੰ WhatsApp ਕਰੋ। ਇਹਨਾਂ ਦਿਨਾਂ ਦੇ ਵਿੱਚ ਵਰਕ ਫਰਮ ਹੋਮ ਚੱਲ ਰਿਹਾ, ਜਸਮੀਤ ਜੀ ਖੁਦ ਵੀ ਸਟੂਡੈਂਟਸ ਦੇ ਨਾਲ ਕਮਿਊਨੀਕੇਟ ਕਰਦੇ ਨੇ। ਬਹੁਤ ਧੰਨਵਾਦ ਜਸਮੀਤ ਜੀ, ਤੁਸੀਂ ਸਮਾਂ ਕੱਢਿਆ। ਧੰਨਵਾਦ।